ਉਰਦੂ ਪੁਆਇੰਟ ਤੋਂ ਸੋਨੀ ਧਰਤੀ ਪਾਕਿਸਤਾਨ ਪ੍ਰੋਗਰਾਮ ਦੇ ਨਾਲ ਮੈਂ ਤੁਹਾਡਾ ਹੋਸਟ ਚਾਂਦ ਸ਼ਕੀਲ। ਨਾਜ਼ਰੀਨ, ਇਸ ਧਰਤੀ ਉੱਤੇ ਕੁਝ ਲੋਕ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਜੋ ਕਿਸੇ ਵੀ ਤਾਰਫ ਦੇ ਮੁਹਤਾਜ ਨਹੀਂ ਹੁੰਦੇ। ਉਹਨਾਂ ਦਾ ਕੰਮ ਤੇ ਉਹਨਾਂ ਦਾ ਨਾਂ ਹੀ ਉਹਨਾਂ ਦਾ ਤਾਰਫ ਹੁੰਦਾ ਹੈ। ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਜੋ ਮਹਿਮਾਨ ਮੌਜੂਦ ਨੇ ਉਹਨਾਂ ਦੀ ਗਿਣਤੀ ਵੀ ਉਹਨਾਂ ਲੋਕਾਂ ਵਿੱਚ ਹੁੰਦੀ ਹੈ। ਬਤੌਰ ਉਸਤਾਦ ਦੇਖੀਏ ਤੇ ਬਹੁਤ ਸ਼ਫੀਕ ਔਰ ਬਤੌਰ ਸ਼ਾਇਰ ਦੇਖੀਏ ਤੇ ਬਹੁਤ ਸੋਹਣੀ ਸ਼ਾਇਰੀ ਕਰਦੇ ਨੇ। ਅੱਜ ਕੱਲ੍ਹ ਪੰਜਾਬ ਯੂਨੀਵਰਸਿਟੀ ਦੇ ਸ਼ੋਭਾ ਪੰਜਾਬੀ ਦੇ ਚੇਅਰਪਰਸਨ ਨੇ ਮੇਰੀ ਮੁਰਾਦ ਜਨਾਬ ਪ੍ਰੋਫੈਸਰ ਡਾਕਟਰ ਨਬੀਲਾ ਰਹਿਮਾਨ ਸਾਹਿਬਾ। ਬਹੁਤ ਸ਼ੁਕਰੀਆ ਮੈਡਮ ਜੀ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਤਸ਼ਰੀਫ ਲਿਆਏ ਔਰ ਇਸ ਸਟੂਡੀਓ ਨੂੰ ਰੌਣਕ ਬਖਸ਼ੀ। ਤੁਹਾਡਾ ਬਹੁਤ ਸ਼ੁਕਰੀਆ ਜੀ, ਉਰਦੂ ਪੁਆਇੰਟ ਦਾ, ਤੁਹਾਡੀ ਟੀਮ ਦਾ, ਕਿ ਤੁਸੀਂ ਮੈਨੂੰ ਆਪਣੇ ਇਸ ਇਹ ਮੌਕਾ ਦਿੱਤਾ ਔਰ ਇੱਥੇ ਬੁਲਾਇਆ। ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਇਸ ਕਾਬਿਲ ਸਮਝਿਆ। ਅੱਛਾ ਮੈਡਮ, ਇਹ ਦੱਸੋ ਕਿ ਤੁਹਾਡਾ ਤਾਲੁਕ ਜਿਹੜਾ ਹੈ ਟੋਬਾ ਟੈਕਸਿੰਗ ਨਾਲ ਹੈ। ਟੋਬਾ ਟੈਕਸਿੰਗ ਦੇ ਨਾਲ। ਅੱਜ ਤੋਂ ਤੁਸੀਂ ਤਕਰੀਬਨ 30 ਸਾਲ ਪਹਿਲੇ ਲਾਹੌਰ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਲਈ ਆਏ। ਅੱਜ ਦੇ ਦੌਰ ਵਿੱਚ ਵੀ ਦੇਖਿਆ ਜਾਵੇ ਤੇ ਇੰਨੀ ਯਾਨੀ ਕਿ ਕੁੜੀਆਂ ਨੂੰ ਜਾਂ ਖੁੱਲ੍ਹ ਨਹੀਂ ਦਿੱਤੀ ਜਾਂਦੀ ਕਿ ਦੂਜੇ ਸ਼ਹਿਰ ਦੇ ਵਿੱਚ ਜਾ ਕੇ ਉਹ ਪੜ੍ਹਨ। ਤੁਹਾਨੂੰ 30 ਸਾਲ ਪਹਿਲੇ ਇਹ ਇਜਾਜ਼ਤ ਦਿੱਤੀ ਗਈ ਜਾਂ ਤੁਹਾਨੂੰ ਕਿਸ ਤਰ੍ਹਾਂ ਇਸ ਚੀਜ਼ ਦਾ ਸਾਹਮਣਾ ਕਰਨਾ ਪਿਆ? ਕੋਈ ਰੋਕ ਟੋਕ ਤੇ ਨਹੀਂ ਸੀ? ਕਿਸ ਤਰ੍ਹਾਂ ਇਹਨੂੰ ਨਿਭਾਇਆ? ਬੜਾ ਅੱਛਾ ਸਵਾਲ ਹੈ। ਹਾਂ, ਬੇਸ਼ੱਕ ਸਾਡਾ ਜਿਹੜੇ ਮਤਲਬ ਇਹੋ ਜਿਹੇ ਮਾਮਲਾਤ ਅੱਜ ਵੀ ਕਿਸੇ ਕਿਸੇ ਜਗ੍ਹਾ 'ਤੇ ਮੌਜੂਦ ਨੇ, ਲੇਕਿਨ ਹੁਣ ਕਾਫੀ ਸੋਚ ਬਦਲ ਗਈ ਹੈ। ਲੋਕ ਬੇਟੀਆਂ ਨੂੰ ਪੜ੍ਹਾਉਂਦੇ ਨੇ, ਲੋਕ ਆਉਂਦੀਆਂ, ਬੱਚੀਆਂ ਆਉਂਦੀਆਂ ਨੇ ਪੜ੍ਹਨ ਵਾਸਤੇ, ਲੇਕਿਨ ਉਸ ਦੌਰ ਦੇ ਵਿੱਚ ਇਹ ਵਾਕਈ ਵੱਡੀ ਗੱਲ ਸੀ। ਔਰ ਇਹਦੇ ਵਿੱਚ ਜਿਹੜਾ ਬਹੁਤ ਸਾਰਾ ਇਹਦਾ ਜਿਹੜਾ ਕ੍ਰੈਡਿਟ ਹੈ ਉਹ ਮੇਰੇ ਵਾਲਿਦ ਸਾਹਿਬ ਨੂੰ ਜਾਂਦਾ ਹੈ, ਕਿਉਂਕਿ ਮੇਰੇ ਵਾਲਿਦ ਸਾਹਿਬ ਨੇ ਔਰ ਮੇਰੇ ਭਾਈਆਂ ਨੇ, ਮੇਰੀ ਫੈਮਿਲੀ ਨੇ ਮੈਨੂੰ ਇਤਨਾ ਜ਼ਿਆਦਾ ਸਪੋਰਟ ਕੀਤਾ ਕਿ ਨਾ ਸਿਰਫ ਇਹ ਕਿ ਮੈਨੂੰ ਲਾਹੌਰ ਪੜ੍ਹਨ ਵਾਸਤੇ ਭੇਜਿਆ, ਬਲਕਿ ਪੰਜਾਬੀ ਪੜ੍ਹਨ ਲਈ ਭੇਜਿਆ। ਇਹ ਤੁਹਾਨੂੰ ਹੈਰਤ ਹੋਏਗੀ, ਕਿਉਂਕਿ ਲੋਕ ਤੇ ਅਦਬ ਨਹੀਂ ਪੜ੍ਹਦੇ ਔਰ ਫਿਰ ਇਹ ਕਿ ਪੰਜਾਬੀ ਦੀ ਜੋ ਅੱਜ ਕੱਲ੍ਹ ਸਾਡੇ ਇੱਥੇ ਜੋ ਹਾਲਤ ਹੈ ਉਹ ਲੇਕਿਨ ਇਹ ਕਿ ਮੈਂ ਇਸ ਗੱਲ ਦੇ ਉੱਤੇ ਆਪਣੇ ਭਾਈ ਦੀ ਬੜੀ ਸ਼ੁਕਰਗੁਜ਼ਾਰ ਹਾਂ, ਵਹੀਦੁਰ ਰਹਿਮਾਨ ਦੀ। ਉਹਨਾਂ ਨੇ ਮੈਨੂੰ ਆਖਿਆ ਕਿ ਮੇਰਾ ਕੁਝ ਹੋਰ ਡਿਪਾਰਟਮੈਂਟਸ ਦੇ ਵਿੱਚ ਵੀ ਦਾਖਲਾ ਹੋ ਗਿਆ ਔਰ ਮੈਨੂੰ ਸੀ ਕਿ ਕਿਉਂਕਿ ਮੈਨੂੰ ਫਿਲਾਸਫੀ ਪੜ੍ਹਨ ਦਾ ਬੜਾ ਸ਼ੌਕ ਸੀ ਔਰ ਸੋਸ਼ਲ ਵਰਕ 'ਚ ਐਡਮਿਸ਼ਨ ਹੋ ਗਿਆ ਅਤੇ ਕਿ ਭਈ ਮੈਂ ਸ਼ਾਇਦ ਉੱਧਰ ਚਲੇ ਜਾਵਾਂ। ਉਹਨਾਂ ਨੇ ਮੈਨੂੰ ਫ਼ੋਨ ਕਰਕੇ ਆਖਿਆ ਕਿ ਗੱਲ ਕੁੜੀਏ ਪੰਜਾਬੀ ਦਾਖਲਾ ਹੋ ਗਿਆ ਹੋ ਤੇ ਲੈ ਲਈ, ਵਰਨਾ ਵਾਪਸ ਆ ਜਾਈਂ ਘਰ। ਅੱਛਾ। ਉਹਨਾਂ ਨੂੰ ਸੂਫੀ ਸ਼ੋਹਰਾ ਦੇ ਨਾਲ ਇਤਨਾ ਪਿਆਰ ਸੀ ਔਰ ਉਹ ਕਿਸੇ ਨੂੰ ਹੋਰ ਜ਼ੁਬਾਨ ਨਹੀਂ ਸੰਕਾਰ ਬੋਲਣ ਦਿੰਦੇ ਹੁੰਦੇ। ਅਤੇ ਸੋ ਉਹ ਇੱਕ ਵਾਰ ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ, ਸੋ ਘਰ ਵਾਲਿਆਂ ਨੇ ਦੀ ਸਪੋਰਟ ਸੀ ਔਰ ਉਸ ਇਲਾਕੇ ਦੇ ਵਿੱਚੋਂ ਮੈਂ ਆਈ ਔਰ ਅਲਹਮਦੁਲਿਲਾ ਮੇਰਾ ਨਹੀਂ ਖਿਆਲ ਕਿ ਅੱਜ ਸ਼ਾਇਦ ਉਸ ਇਲਾਕੇ ਦਾ ਕੋਈ ਘਰ ਹੋਵੇ ਜਿਹਨਾਂ ਦੀਆਂ ਬੱਚੀਆਂ ਨਾ ਪੜ੍ਹੀਆਂ ਹੋਣ ਔਰ ਆਲਾ ਤਾਲੀਮ ਜਿਹੜੀ ਹੈ ਉਹ ਨਾ ਲਈ ਹੋਵੇ। ਅਤੇ ਬਲਕਿ ਮੇਰੇ ਉੱਥੋਂ ਆਉਣ ਤੋਂ ਬਾਅਦ ਡਿਗਰੀ ਕਾਲਜ ਪੜ੍ਹਿਆ। ਅੱਛਾ ਜੀ ਜੀ। ਅੱਛਾ, ਤੁਸੀਂ ਮਾਸ਼ਾਅੱਲਾ ਪੰਜਾਬ ਯੂਨੀਵਰਸਿਟੀ ਦੇ ਸ਼ੋਭਾ ਪੰਜਾਬੀ ਤੋਂ ਹੀ ਪੜ੍ਹੇ ਹੋ ਤੇ ਅੱਜ ਕੱਲ੍ਹ ਉਹਦੇ ਚੇਅਰਪਰਸਨ ਹੋ। ਕੈਸਾ ਮਹਿਸੂਸ ਹੁੰਦਾ ਹੈ ਤੁਹਾਨੂੰ ਕਿ ਇੱਕ ਬਤੌਰ ਉੱਥੇ ਬਹਿ ਕੇ ਪੜ੍ਹਨਾ, ਅੱਜ ਉਹਨੂੰ ਪੂਰਾ ਚਲਾਉਣਾ ਸਿਸਟਮ ਨੂੰ ਜਾਂ ਚੀਜ਼ਾਂ ਨੂੰ ਹੈਂਡਲ ਕਰਨਾ, ਕਿਸ ਤਰ੍ਹਾਂ ਮਹਿਸੂਸ ਕਰਦੇ ਨੇ ਚੀਜ਼ਾਂ ਨੂੰ? ਖੁਸ਼ੀ ਤਾਂ ਹੁੰਦੀ ਹੋਏਗੀ। ਯਕੀਨਨ ਚਾਹੁੰਦੇ ਬੜੇ ਬੱਚੇ ਐਜ਼ਾਜ਼ ਦੀ ਗੱਲ ਹੁੰਦੀ ਹੈ ਔਰ ਯਕੀਨ ਕਿ ਤੁਸੀਂ ਜਿਸ ਅਦਾਰੇ ਤੋਂ ਤੁਸੀਂ ਪੜ੍ਹਿਆ ਹੈ ਉਸ ਅਦਾਰੇ ਦੇ ਵਿੱਚ ਤੁਹਾਨੂੰ ਤੁਸੀਂ ਉਹਨਾਂ ਜਿਹੜਾ ਹੈ ਉਸ ਅਦਾਰੇ ਦੇ ਵਿੱਚ ਤੁਹਾਨੂੰ ਬਤੌਰ ਉਸਤਾਦ ਪੜ੍ਹਾਉਣ ਦਾ ਅਗਰ ਮੌਕਾ ਮਿਲਦਾ ਹੈ ਤਾਂ ਬਹੁਤ ਖੁਸ਼ਕਿਸਮਤੀ ਔਰ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਤਸੱਵਰ ਕਰਦੀ ਹਾਂ। ਯਕੀਨਨ ਮੈਂ ਵੀ ਇੱਕ ਤੁਹਾਡੇ ਕੋਲੋਂ ਚੁੱਕੇ ਪੜ੍ਹਿਆ ਹੋਇਆ ਹੈ, ਤੁਹਾਡੇ ਕੋਲ 2 ਸਾਲ ਬੈਠ ਕੇ ਹੁਣ ਵੀ ਬਹੁਤ ਕੁਝ ਚੀਜ਼ਾਂ ਜਿਹੜੀਆਂ ਨਾ ਉਹ ਸਿੱਖੀ ਦੀਆਂ। ਅੱਛਾ, ਮੈਂ ਉਹ ਗੱਲ ਕਰਾਂਗਾ, ਦੇਖੀਏ ਮੁਖਤਲਿਫ ਅਦਾਰਿਆਂ ਦੇ ਵਿੱਚ ਅਗਰ ਦੇਖਿਆ ਜਾਵੇ ਕਿ ਉਸਤਾਦ ਜਿਹੜਾ ਨਾ ਉਹ ਸਟੂਡੈਂਟ ਨੂੰ ਇੰਨਾ ਕਰੀਬ ਨਹੀਂ ਆਉਣ ਦਿੰਦਾ ਆਪਣੇ, ਯਾਨੀ ਕਿ ਉਹਨੂੰ ਇੰਨਾ ਅਤਮਾਦ ਵਿੱਚ ਨਹੀਂ ਲੈਂਦਾ, ਪਤਾ ਨਹੀਂ ਕਿਉਂ, ਥੋੜ੍ਹਾ ਜਿਹਾ ਦੂਰ। ਲੇਕਿਨ ਮੈਂ ਤੁਹਾਡੇ ਬਤੌਰ ਜਦੋਂ ਬਹੁਤ ਕਰੀਬ ਤੋਂ ਵੀ ਦੇਖਿਆ, ਤੁਹਾਡੇ 'ਚ ਇਹ ਨਈ ਚੀਜ਼ ਹੈਗੀ। ਇਹਦੀ ਕੀ ਵਜ੍ਹਾ ਹੈ? ਆਖਰ ਕੀ ਇਨਸਪਾਇਰੇਸ਼ਨ ਹੈ ਕਿ ਤੁਸੀਂ ਸਟੂਡੈਂਟਸ ਨੂੰ ਇੰਨਾ ਕਰੀਬ, ਇਸ ਤਰ੍ਹਾਂ ਜਿਸ ਤਰ੍ਹਾਂ ਦੋਸਤ ਹੀ ਹੁੰਦੇ, ਇਸ ਤਰ੍ਹਾਂ ਫਰੈਂਕਲੀ ਮੋਲ ਨਾਲ ਗੱਲਾਂ ਕਰ ਰਹੇ ਹੁੰਦੇ? ਅਸਲ ਵਿੱਚ ਚੂँकि ਮੈਂ ਸ਼ਾਇਦ ਤੁਸੀਂ ਬਹੁਤ ਮਾਡਰਨ ਲੋਕ ਸ਼ਾਇਦ ਮੈਨੂੰ ਬੜੇ ਪੁਰਾਣੇ ਖਿਆਲਾਤ ਦੀ ਗੱਲ ਹੋ ਸਕਦੇ। ਹਾਂ, ਮੈਂ ਪੁਰਾਣੇ ਖਿਆਲਾਤ ਦੀ ਔਰ ਮੈਨੂੰ ਫਖਰ ਹੈ
ਕਿਉਂਕਿ ਮੈਂ ਸਮਝਨੀ ਆ ਔਰ ਸਾਨੂੰ ਉਹ ਜੋ ਕੁਝ ਵੀ ਆ ਆਪਣੇ ਅਸਾਤਜ਼ਾ ਦੀ ਵਜ੍ਹਾ ਕਰਕੇ ਆ ਸਾਡੇ ਅਸਾਤਜ਼ਾ ਨੇ ਸਾਨੂੰ ਇਸੇ ਤਰ੍ਹਾਂ ਹੀ ਸਮਝਾਇਆ ਸੀ ਔਰ ਇਹਦੇ ਪਿੱਛੇ ਸਦੀਆਂ ਬੱਧੀ ਜਿਹੜੀ ਸਾਡੀ ਤਾਰੀਖ ਸੀ ਕਿ ਉਸਤਾਦ ਸਿਰਫ ਤਾਲੀਮ ਨਹੀਂ ਦਿੰਦਾ ਤਰਬੀਅਤ ਵੀ ਕਰਦਾ ਅਸੀਂ ਮਸ਼ੀਨਾਂ ਨਹੀਂ ਪੈਦਾ ਕਰਦੇ ਔਰ ਲਿਟਰੇਚਰ ਜਿਹੜਾ ਨਾ ਉਹਦਾ ਤੇ ਕੰਮ ਹੀ ਉਹ ਇਹ ਕਿ ਸ਼ਖਸੀਅਤ ਸਾਜ਼ੀ ਹੈ ਓਰੀਐਂਟਲ ਕਾਲਜ ਨੂੰ ਕਿਸੇ ਦੌਰ ਦੇ ਵਿੱਚ ਸ਼ਖਸੀਅਤ ਸਾਜ਼ ਅਦਾਰਾ ਕਿਹਾ ਜਾਂਦਾ ਸੀ ਸੋ ਲਿਟਰੇਚਰ ਜਿਹੜਾ ਵੈ ਉਹ ਤੇ ਉਹਦਾ ਤੇ ਕੰਮ ਹੀ ਜਿਹੜਾ ਵੈ ਉਹ ਇਨਸਾਨ ਦੀ ਤਰਬੀਅਤ ਕਰਨਾ ਹੈ ਉਹਨੂੰ ਅੰਦਰੋਂ ਨਿਖਾਰਨਾ ਹੈ ਉਹਦੇ ਬਾਤਨ ਨੂੰ ਨਿਖਾਰਨਾ ਹੈ ਉਹਦੀਆਂ ਸੋਚਾਂ ਨੂੰ ਇੱਕ ਸਿਮਤ ਦੇਣੀ ਹੈ ਜੀ ਜੀ ਸੋ ਇਹ ਕੰਮ ਜਿਹੜਾ ਸਾਡੇ ਅਸਾਤਜ਼ਾ ਨੇ ਸਾਨੂੰ ਦਿੱਤਾ ਹੈ ਤੇ ਉਹ ਕਿਸ ਤਰ੍ਹਾਂ ਅਸੀਂ ਭੁੱਲ ਸਕਦੇ ਹਾਂ ਸੋ ਨਹੀਂ ਭੁੱਲਿਆ ਤੇ ਤੁਸੀਂ ਮੌਜੂਦ ਹੋ ਨਾ ਬਿਲਕੁਲ ਤੇ ਦੂਜਾ ਇਹ ਵੇ ਕਿ ਇਹ ਪੁਰਾਣੀ ਸਾਡੀ ਤਾਰੀਖ ਹੈ ਕਿ ਸੋਹਬਤ ਜਿਹੜੀ ਹੈ ਨਾ ਉਹ ਇਨਸਾਨ ਦੀ ਸ਼ਖਸੀਅਤ ਬਣਾਉਂਦੀ ਹੈ ਉਹ ਬਾਕੀ ਤੇ ਹੋਰ ਬੜਾ ਸਾਰਾ ਕੁਝ ਤੁਹਾਨੂੰ ਮੀਡੀਆ ਦੇ ਉੱਤੇ ਮੁਯੱਸਰ ਹੈ ਕਿ ਅਗਰ ਤੁਸੀਂ ਕੋਈ ਵੀ ਤਾਲੀਮ ਲੈਣੀ ਹੈ ਕੋਈ ਵੀ ਇਲਮ ਸਿੱਖਣਾ ਤੇ ਮੌਜੂਦ ਹੈ ਪਰ ਤਰਬੀਅਤ ਮੌਜੂਦ ਨਹੀਂ ਹੈ ਉਹਦੀ ਪ੍ਰੈਕਟੀਕਲ ਜਿਹੜੀ ਇੰਪਲੀਮੈਂਟੇਸ਼ਨ ਹੈ ਕਿਸੇ ਗੱਲ ਦੀ ਜਿਹੜਾ ਸੁਝਾਅ ਹੈ ਉਹ ਉਸਤਾਦ ਦੇ ਕੋਲ ਬੈਠੇ ਹੀ ਆਉਂਦੀ ਹੈ ਔਰ ਅਸੀਂ ਵੀ ਆਪਣੇ ਅਸਾਤਜ਼ਾ ਦੇ ਕੋਲੋਂ ਸਿੱਖਿਆ हाँ ज़ाहिर गल है एक स्टूडेंट आके करीब बैठेगा अपनी कुछ गल्लां शेयर करेगा होर भी मामला स्टडी तो अलावा कुछ बंदा मैं समझना कि ਉਹ ਹੌਲਾ ਹੋ ਜਾਂਦਾ ਹੈ ਬਹੁਤ ਸਾਰੇ ਮਾਮਲਾਤ ਹੁੰਦੇ ਨੇ ਕਿ ਸਟੂਡੈਂਟ ਜਿਹੜਾ ਨਾ ਉਹ ਕਿਸੇ ਨਾਲ ਡਿਸਕਸ ਨਹੀਂ ਕਰ ਰਿਹਾ ਹੁੰਦਾ ਅਗਰ ਉਹਨੂੰ ਕੋਈ ਬਿਹਤਰੀਨ ਮਾਹੌਲ ਮਿਲ ਜਾਏ ਅੱਛਾ ਮਿਲ ਜਾਏ ਬਜਾਏ ਇਸ ਦੀ ਕਿਸੇ ਹੋਰ ਨਾਲ ਉਹਨੂੰ ਅੱਛਾ ਇੱਕ ਮਸ਼ਵਰਾ ਮਿਲ ਜਾਂਦਾ ਜੋ ਮੈਂ ਮਹਿਸੂਸ ਕੀਤਾ ਨਾ ਬਜ਼ਾਤੇ ਖੁਦ ਤੇ ਉਹ ਬਹੁਤ ਅੱਛਾ ਹੁੰਦਾ ਹੈ ਕਿ ਉਸਤਾਦ ਦੇ ਕਰੀਬ ਇੱਕ ਫਖਰ ਮਹਿਸੂਸ ਕਰਦਾ ਹੈ ਕਿ ਮੈਂ ਉਸਤਾਦ ਦੇ ਕੋਲ ਬੈਠਾ ਹਾਂ ਉਹਦੇ ਕੋਲੋਂ ਕੁਝ ਚਾਰ ਗੱਲਾਂ ਸਿੱਖੀਆਂ ਨੇ ਬੜੇ ਮੈਂ ਸਮਝਦਾ ਵਾਂ ਕਿ ਔਰ ਜੇ ਦੇਖੋ ਮਜਲਿਸੀ ਜ਼ਿੰਦਗੀ ਅੱਛੀ ਮਜਲਿਸ ਜਿਹੜੀ ਹੈ ਨਾ ਉਹ ਹਮੇਸ਼ਾ ਤੇ ਬਜ਼ੁਰਗਾਂ ਨੇ ਆਖਿਆ ਵੀ ਹੈ ਕਿ ਅੱਛੀ ਸੋਹਬਤ ਜਿਹੜੀ ਹੈ ਉਹ ਇਨਸਾਨ ਨੂੰ ਨਿਖਾਰਦੀ ਹੈ ਸੋ ਇਸੇ ਤਰ੍ਹਾਂ ਹੀ ਅਸਾਤਜ਼ਾ ਦੇ ਕੋਲ ਬੈਠਣ ਦੇ ਨਾਲ ਹੀ ਬੰਦਾ ਕੁਝ ਸਿੱਖਦਾ ਔਰ ਦੂਜਾ ਇਹ ਖਾਸ ਤੌਰ ਦੇ ਉੱਤੇ ਜਿਹੜੇ ਫਨੂਨ ਲਤੀਫਾ ਤੋਂ ਮੁਤਅਲਕ ਜਿੰਨੇ ਵੀ ਸ਼ੋਬੇ ਨੇ ਮਤਲਬ ਆਰਟ ਤੋਂ ਕਿਉਂ ਔਰ ਫਿਲਾਸਫੀਕਲ ਚੁੱਕੇ ਬੇਸਡ ਹੁੰਦੇ ਨੇ ਔਰ ਜ਼ਿੰਦਗੀ ਦੋ ਔਰ ਦੋ ਚਾਰ ਨਹੀਂ ਹੈ ਜ਼ਿੰਦਗੀ ਦੋ ਔਰ ਦੋ ਪੰਜ ਵੀ ਹੈ ਜ਼ਿੰਦਗੀ ਇੱਕ ਔਰ 11 ਵੀ ਹੈ ਜ਼ਿੰਦਗੀ ਦਾਇਰਾ ਵੀ ਹੈ ਜ਼ਿੰਦਗੀ ਲੀਕ ਵੀ ਹੈ ਜ਼ਿੰਦਗੀ ਲਹਿਰ ਵੀ ਹੈ ਕਿਆ ਖੂਬਸੂਰਤ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਜਿਹੜਾ ਵਾ ਨਾ ਉਹ ਕਿਸੇ ਕੈਲਕੂਲੇਸ਼ਨ ਦੇ ਨਾਲ ਨਹੀਂ ਸਮਝਾ ਸਕਦੇ ਸੋ ਉਹਦੇ ਵਾਸਤੇ ਇੱਕ ਸਮਝ ਜਿਹੜੀ ਹੈ ਨਾ ਉਹ ਦੱਸਣੀ ਹੁੰਦੀ ਹੈ ਔਰ ਚੂੰਕਿ ਹਜ਼ਾਰ ਪਕਡੰਡੀਆਂ ਜਾਂਦੀਆਂ ਨੇ ਔਰ ਲੇਕਿਨ ਇੱਕ ਉਸਤਾਦ ਦਾ ਕੰਮ ਹੁੰਦਾ ਹੈ ਕਿ ਪਕਡੰਡੀ ਜਿਹੜੀ ਹੈ ਉਹ ਤਾਲਿਬ ਇਲਮ ਨੂੰ ਦੱਸੇ ਜਿੱਥੇ ਉਹ ਆਪਣਾ ਰਾਹ ਬਣਾ ਸਕੇ ਉਹਨੂੰ ਉਹਦੀ ਵੱਤ ਦੇਖ ਕੇ ਬਤੌਰ ਫੀਮੇਲ ਸਟੂਡੈਂਟ ਤੇ ਫੀਮੇਲ ਉਸਤਾਦ ਕੀ ਮਹਿਸੂਸ ਕਰਦੇ ਹੋ ਮੈਂ ਬੜਾ ਅੱਛਾ ਮਹਿਸੂਸ ਕਰਨੀ ਹਾਂ ਔਰ ਇਸ ਲਈ ਮਹਿਸੂਸ ਕਰਨੀ ਹਾਂ ਕਿ ਔਰ ਇਹਦੇ ਵਾਸਤੇ ਮੈਂ ਅੱਲਾ ਦੀ ਬੜੀ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਵਾਲਿਦ ਸਾਹਿਬ ਨੇ ਇੰਨੀ ਅੱਛੀ ਤਰਬੀਅਤ ਕੀਤੀ ਸਾਡੀ ਔਰ ਮੈਂ ਅੱਜ ਦੇ ਵਾਲਿदैन ਨੂੰ ਇਹ ਕਹਿਣਾ ਵੀ ਚਾਹਾਂਗੀ ਕਿ ਬੇਟੀਆਂ ਨੂੰ ਜੋ ਇਤਮਾਦ ਬਾਪ ਦਿੰਦਾ ਹੈ ਨਾ ਬੇਟੀਆਂ ਨੂੰ ਜੋ ਇਤਮਾਦ ਆਪਣੇ ਘਰੋਂ ਉਹਦੇ ਬੱਚੀ ਦੇ ਵਾਲਿਦ ਔਰ ਭਰਾ ਦਿੰਦੇ ਨੇ ਉਹ ਇਤਮਾਦ ਸ਼ਾਇਦ ਦੁਨੀਆ ਦਾ ਕੋਈ ਮਰਦ ਨਹੀਂ ਦੇ ਸਕਦਾ ਸੋ ਮੈਂ ਇਸ ਮਾਮਲੇ ਦੇ ਵਿੱਚ ਬੜੀ ਖੁਸ਼ਕਿਸਮਤ ਹਾਂ ਕਿ ਮੈਨੂੰ ਐਸਾ ਮਾਹੌਲ ਮਿਲਿਆ ਔਰ ਮੇਰੇ ਵਾਲਿਦ ਨੇ ਸਾਡੀ ਤਰਬੀਅਤ ਜਿਹੜੀ ਉਹ ਬਤੌਰ ਇਨਸਾਨ ਕੀਤੀ ਬਤੌਰ ਮਰਦ ਔਰ ਔਰਤ ਦੇ ਨਹੀਂ ਕੀਤੀ ਸੋ ਬਤੌਰ ਇਨਸਾਨ ਅਗਰ ਅਸੀਂ ਸਿਖਾਈਏ ਆਪਣੇ ਬੱਚਿਆਂ ਨੂੰ ਇਸ ਸਮਾਜ ਦੇ ਵਿੱਚ ਰਹਿਣਾ ਤੇ ਤੁਸੀਂ ਬਹੁਤ ਸਾਰੀਆਂ اخلاقی ਬੁਰਾਈਆਂ ਤੋਂ ਬਚ ਜਾਂਦੇ ਹੋ ਤੁਹਾਨੂੰ ਆਪ ਬੱਚੇ ਨੂੰ ਪਤਾ ਹੁੰਦਾ ਹੈ ਕਿ ਮੇਰੀ ਲੀਕ ਜਿਹੜੀ ਹੈ ਨਾ ਉਹ ਕਿੱਥੇ ਤੱਕ ਹੈ ਤੁਸੀਂ ਜਦੋਂ ਕਿਸੇ ਚੀਜ਼ ਤੋਂ ਬਹੁਤ ਜ਼ਿਆਦਾ ਹੋੜਦੇ ਹੋ ਜਾਂ ਹਟਕਦੇ ਹੋ ਜਾਂ ਰੋਕਦੇ ਹੋ ਨਾ ਉਹਦੇ ਨਾਲ ਬੜੇ ਮਸਾਇਲ ਪੈਦਾ ਹੁੰਦੇ ਮੇਰੇ ਵਾਲਿਦ ਸਾਹਿਬ ਦਾ ਤਰੀਕਾ ਬੜਾ ਜ਼ਬਰਦਸਤ ਸੀ ਉਹ ਸਮਝਾ ਦਿੰਦੇ ਸਨ ਕਿ ਇਹ ਜਿਹੜੀ ਚੀਜ਼ ਹੈ ਇਹਦੇ ਵਿੱਚ ਨੁਕਸਾਨ ਹੈ ਇਹਦੇ ਵਿੱਚ ਇਹ ਠੀਕ ਹੈ ਤੇ ਇਹ ਗਲਤ ਹੈ ਫੈਸਲਾ ਤੁਸੀਂ ਕਰਨਾ ਹੈ ਉਹਦੇ ਨਾਲ ਇਤਨਾ ਇਤਮਾਦ ਕਿ ਤੁਸੀਂ ਦੇਖੋ ਕਿ ਉਸ ਦੌਰ ਦੇ ਵਿੱਚ ਮੈਂ ਇਕੱਲੀ ਸਫ਼ਰ ਕਰਦੀ ਸਾਂ ਮੇਰੇ ਵਾਲਿਦ ਸਾਹਿਬ ਮੈਨੂੰ ਉੱਥੇ ਬੱਸ 'ਤੇ ਬਿਠਾ ਕੇ ਜਾਂਦੇ ਸਨ ਸੁਬਾਹ 3 ਵਜੇ ਔਰ ਮੈਂ ਸੁਬਾਹ 7 ਵਜੇ ਜਿਹੜਾ ਮੀਨਾਰੇ ਪਾਕਿਸਤਾਨ ਉਤਰ ਕੇ ਤੇ 8-8:30 ਵਜੇ ਵਾਲੀ ਆਪਣੀ ਕਲਾਸ ਜਿਹੜੀ ਹੈ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਦੀ ਹੁੰਦੀ ਸਾਂ ਤੇ ਔਰ ਉਹਦੀ ਜਿਹੜਾ ਯਕੀਨਨ ਇਹ ਉਹਨਾਂ ਦਾ ਦਿੱਤਾ ਹੋਇਆ ਇਤਮਾਦ ਹੈ ਕਿ ਅੱਜ ਜਿਹੜਾ ਮੇਰੇ ਕੰਮ ਆ ਰਿਹਾ ਔਰ ਤੁਹਾਡੇ ਸਾਹਮਣੇ ਹੈ ਔਰ ਮੈਂ ਚਾਹਾਂਗੀ ਕਿ ਅੱਜ ਦੇ ਜਿਹੜੇ ਪੇਰੈਂਟਸ ਨੇ ਨਾ ਉਹ ਆਪਣੇ ਬੱਚਿਆਂ ਨੂੰ ਇਸੇ ਤਰ੍ਹਾਂ ਦਾ ਹੀ ਇਤਮਾਦ ਦੇਣ ਮੈਂ ਦੇਖਿਆ ਕਿ ਬੱਚੀਆਂ ਵਿੱਚ ਇਤਮਾਦ ਜਿਹੜਾ ਈਵਨ ਹੁਣ ਤੇ ਬੱਚਿਆਂ ਵਿੱਚ ਵੀ ਜਿਹੜਾ ਵਾ ਉਹ ਇਤਮਾਦ ਬਹੁਤ ਘੱਟ ਹੈ ਅੱਛਾ ਤੁਸੀਂ
ਖੂਬਸੂਰਤ ਜਿਹੜੀ ਉਹ ਸ਼ਾਇਰੀ ਵੀ ਕਰਦੇ ਹੋ। ਸਾਨੂੰ ਅੱਜ ਆਪਣੀ ਪਸੰਦ ਦਾ ਕੀ ਸੁਣਾ ਰਹੇ ਹੋ? ਮੈਂ ਫਰਮਾਇਸ਼ ਤੇ ਨਹੀਂ ਕਰਾਂਗਾ, ਲੇਕਿਨ ਮੈਂ ਤੁਸੀਂ ਮੈਂ ਆਪਣੀ ਸ਼ਾਇਰੀ ਮਰਜ਼ੀ। ਕਦੀ ਜਿਹੜਾ ਨਾ ਕੁਝ ਲਿਖਣੀ ਆ, ਕਿਉਂਕਿ ਆਪਣਾ ਜਿਹੜਾ ਦਰਸੋ ਤਦਰੀਸ ਤੋਂ ਔਰ ਆਪਣੀ ਖੋਜ ਤੋਂ ਔਰ ਖੋਜ ਕਰਾਉਣ ਤੋਂ ਹੀ ਵੇਲ ਜਿਹੜਾ ਵਾ ਉਹ ਨਹੀਂ ਲੱਭਦਾ, ਔਰ ਇੱਕ ਬੜੀ ਜ਼ਿੰਮੇਵਾਰੀ ਹੁੰਦੀ ਹੈ। ਸੋ ਕਦੀ ਕਦੀ ਜਦੋਂ ਆਪਣੇ ਆਪ ਦੇ ਨਾਲ ਮਿਲਨੇ ਆ ਉਦੋਂ ਸ਼ਾਇਰੀ ਵੀ ਹੋ ਜਾਂਦੀ ਹੈ। ਤੇ ਛੋਟੀਆਂ ਛੋਟੀਆਂ ਨਜ਼ਮਾਂ, ਇੱਕ ਨਜ਼ਮ ਹੈ ਕਿ ਮੈਂ ਅੰਬਰੋਂ ਲੱਥਾ ਪਾਣੀ ਮੋਤੀਆਂ ਦੀ ਆਬ ਵਰਗਾ, ਤੂੰ ਤਿੜਕੇ ਕੜੇ ਵਿੱਚ ਪਾਇਆ ਹੰਝੂਆਂ ਦੀ ਲੀਕ ਵਗ ਗਈ। ਵਾਹ ਵਾਹ ਵਾਹ, ਖੂਬਸੂਰਤ ਖੂਬਸੂਰਤ। ਤੇ ਇਸੇ ਤਰ੍ਹਾਂ ਹੀ ਇੱਕ ਹੋਰ ਨਜ਼ਮ ਹੈ, ਉਹਦੇ ਵਿੱਚ ਨਾ ਪੰਜਾਬੀ ਦੇ ਜਿਹੜੇ ਰੰਗ ਨੇ ਨਾ, ਰੰਗਾਂ ਦੇ ਜਿਹੜੇ ਨਾਂ ਨੇ ਨਾ, ਉਹ ਹੈ ਨੇ, ਉਹ ਮੈਂ ਤੁਹਾਨੂੰ ਸੁਣਾਨੀ ਆ। ਜੀ ਜੀ ਜ਼ਰੂਰ। ਕਿ ਮੈਂ ਤੇਰੀਆਂ ਕਿਹੜੀਆਂ ਭੁੱਲਾਂ ਕਿਹੜੀਆਂ ਯਾਦ ਰੱਖਾਂ, ਵਾਹ। ਮੈਂ ਤੇਰੀਆਂ ਕਿਹੜੀਆਂ ਭੁੱਲਾਂ ਕਿਹੜੀਆਂ ਯਾਦ ਰੱਖਾਂ, ਤੇਰੇ ਕਿਰਮਚੀ ਹਾਸੇ, ਤੇਰੀ ਸਾਵੀ ਤਕਣੀ, ਤੇਰੇ ਰੱਤੇ ਬੋਲ, ਵਾਹ। ਤੇਰੇ ਕੇਸਰੀ ਵਾਦੇ, ਤੇਰੀ ਚਮਕੜੀ ਅਦਾ, ਤੇਰੀ ਚਿੱਟੀ ਛੋ ਕਿ ਤੇਰੀ ਫਿੱਕੀ ਮੋ। ਵਾਹ 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 ਵਾਹ, ਬਹੁਤ ਖੂਬਸੂਰਤ। ਅੱਜ ਕੱਲ ਮੇਰਾ ਖਿਆਲ ਹੈ ਬਾਹਰ ਦਾ ਮੌਸਮ ਵੀ ਸ਼ੁਰੂ ਹੋ ਰਿਹਾ, ਉਸ ਲਿਹਾਜ਼ ਨਾਲ ਬਹੁਤ ਅੱਛੀ ਨਜ਼ਮ। ਅੱਛਾ ਡਾਕਟਰ ਸਾਹਿਬ, ਤੁਸੀਂ ਜਿਹੜਾ ਹੈ ਕਿ ਕਦੋਂ ਮਹਿਸੂਸ ਕੀਤਾ ਕਿ ਉਮਰ ਦੇ ਕਿਹੜੇ ਹਿੱਸੇ ਵਿੱਚ ਕਿ ਤੁਸੀਂ ਤਖਲੀਕਕਾਰ ਹੋ, ਲਿਖਣਾ ਕਦੋਂ ਸ਼ੁਰੂ ਕੀਤਾ? ਜਾਂ ਸ਼ੁਰੂ ਤੋਂ ਬਚਪਨ ਤੋਂ ਕਿਉਂਕਿ ਇੱਕ ਕਾਰਨ ਤੇ ਰੱਬ ਉਹ ਜਿਵੇਂ ਉਹ ਦਰਦ ਜਿਹੜਾ ਵਾ ਨਾ ਉਹ ਕਿਸੇ ਕਿਸੇ ਦੀ ਰੱਬ ਮਿੱਟੀ 'ਚ ਰੱਖ ਦਿੰਦਾ ਨਾ, ਤੇ ਇਸੇ ਤਰ੍ਹਾਂ ਹੀ ਮੈਂ ਸਮਝਦੀ ਹਾਂ ਕਿ ਤਖਲੀਕਾਰ ਦੇ ਵੀ ਨਾ ਕੋਈ ਅਹਿਸਾਸ ਇਸ ਤਰ੍ਹਾਂ ਦਾ ਹੁੰਦਾ ਹੈ ਸ਼ਾਇਦ ਉਹਦੇ ਅੰਦਰ ਕਿ ਔਰ ਕੁਦਰਤ ਵੱਲੋਂ ਹੁੰਦਾ ਹੈ ਕਿ ਤੁਹਾਡੇ ਅੰਦਰ ਕੋਈ ਚੀਜ਼ ਮਹਿਸੂਸ ਇਸ ਤਰ੍ਹਾਂ ਹੁੰਦੀ ਹੈ, ਫਿਰ ਤੁਸੀਂ ਕਾਇਨਾਤ ਨੂੰ ਉਸ ਤਰ੍ਹਾਂ ਦੇਖਦੇ ਹੋ, ਆਪਣੇ ਇਰਦ ਗਿਰਦ ਦੇ ਮਾਹੌਲ ਨੂੰ ਉਸ ਤਰ੍ਹਾਂ ਦੇਖਦੇ ਹੋ। ਸੋ ਕ੍ਰੀਏਟੀਵਿਟੀ ਤੁਹਾਡੀ ਆਪਣੀ ਮਤਲਬ ਜ਼ਾਤ ਦੇ ਅੰਦਰ ਹੁੰਦੀ, ਯਾਨੀ ਉਹ ਕਿ ਕਿਸੇ ਨਾ ਕਿਸੇ ਰੂਪ 'ਚ ਆ ਜਾਂਦੀ ਹੈ ਸਾਹਮਣੇ। ਹਾਂ, ਬਚਪਨ ਤੋਂ ਹੀ ਯਾਨੀ ਕਿ ਲਿਖਣ ਦਾ ਸ਼ੌਕ ਸੀ ਔਰ ਉਦੋਂ ਦੇ ਲਿਖਦੇ। ਅੱਛਾ ਪੰਜਾਬੀ ਮੈਨੂੰ ਆਰਟ ਤੋਂ ਰਿਲੇਟਡ ਸਾਰੀਆਂ ਚੀਜ਼ਾਂ ਅੱਛੀਆਂ ਲੱਗਦੀਆਂ ਸਨ। ਰੰਗ ਬੜੇ ਖੂਬਸੂਰਤ ਲੱਗਨੇ, ਕੁਦਰਤ ਦੇ ਮਨਾਜ਼ਰ ਜਿਹੜੇ ਬੜੇ ਸੋਹਣੇ ਲੱਗਨੇ, ਆਸਮਾਨ ਬਹੁਤ ਸੋਹਣਾ ਲੱਗਦਾ ਸੀ। ਉਹ ਨਜ਼ਮ ਤੋਂ ਲੱਗਾ ਵੀ, ਕਿਉਂਕਿ ਇੱਕ ਰੰਗਾਂ ਨੂੰ ਆਮ ਬੰਦੇ ਨੂੰ ਓਬਜ਼ਰਵ ਕਰਨਾ ਜਾਂ ਦੇਖਣਾ ਮੇਰਾ ਖਿਆਲ ਹੈ ਕਿ ਥੋੜਾ ਮੁਸ਼ਕਿਲ ਹੁੰਦਾ ਹੈ, ਕਿਉਂਕਿ ਕ੍ਰੀਏਟਿਵ ਜਿਹੜਾ ਹੁੰਦਾ ਹੈ, ਲਿਖਾਰੀ ਹੁੰਦਾ ਹੈ, ਉਹਨੂੰ ਹੋਰ ਤਰੀਕੇ ਨਾਲ ਮਹਿਸੂਸ ਕਰ ਰਿਹਾ ਹੁੰਦਾ ਹੈ, ਦੇਖ ਰਿਹਾ ਹੁੰਦਾ ਹੈ, ਪਰਖ ਰਿਹਾ ਹੁੰਦਾ ਹੈ। ਅੱਛਾ ਤੁਸੀਂ ਪੰਜਾਬੀ ਵੱਲ ਕਿਸ ਤਰ੍ਹਾਂ ਆ ਰਹੇ? ਕੋਈ ਖਾਸ ਇਨਸਪਾਇਰੇਸ਼ਨ? ਤੁਸੀਂ ਪਹਿਲੇ ਦੱਸਿਆ ਕਿ ਭਾਈ ਜਾਨ ਨੇ ਕਿਹਾ ਕਿ ਤੁਸੀਂ ਜਾ ਕੇ ਪੰਜਾਬੀ ਪੜ੍ਹਨੀ, ਤੇ ਉਹ ਸੂਫੀਆ ਕਰਾਮ ਦਾ ਕਿਸੇ ਉਸਤਾਦ ਕੋਲੋਂ ਵੀ ਕੁਝ ਰਹਿਨੁਮਾਈ? ਬਿਲਕੁਲ, ਦੇਖੋ ਇੱਕ ਤੇ ਕਿਉਂਕਿ ਤੁਸੀਂ ਬੜੇ ਨਾਮਵਰ ਜਿਹੜੇ ਖੁਸ਼ਕਿਸਮਤ ਹੋ ਕਿ ਏਡੇ ਵੱਡੇ ਜਿਹੜੇ ਨਾਮਵਰ ਉਸਤਾਦ ਸਨ, ਉਹਨਾਂ ਕੋਲ ਹਫੀਜ਼ ਤਾਇਬ ਵਰਗੇ ਜਿਹੜੇ ਉਹਨਾਂ ਕੋਲ ਪੜ੍ਹੇ। ਬਈ ਦੇਖੋ ਅਸਾਤਜ਼ਾ, ਮੈਂ ਕਹਾ ਕਿ ਪਹਿਲੀ ਤਰਬੀਅਤ ਜਿਹੜੀ ਹੈ ਘਰੋਂ ਹੋਈ ਹੈ ਤੇ ਦੂਸਰੀ ਤੇ ਕੀਤੀ ਅਸਾਤਜ਼ਾ ਨੇ, ਔਰ ਬਿਲਾਸ਼ੁਬਾ ਚੂँकि ਹਫੀਜ਼ ਤਾਇਬ ਸਾਹਿਬ ਦੇ ਨਾਲ ਮੇਰੀ ਬੜੀ ਗੁਰਬਤ ਰਹੀ, ਔਰ ਫਿਰ ਮੇਰੇ ਉਰਦੂ ਦੇ ਇੱਕ ਉਸਤਾਦ ਸੈਯਦ ਤਾਰਿਕ ਹੁਸੈਨ ਜ਼ੈਦੀ ਸਾਹਿਬ ਦੇ ਨਾਲ ਬੜੀ ਗੁਰਬਤ ਰਹੀ। ਅੱਲਾਹ ਤਾਲਾ ਦੋਨਾਂ ਨੂੰ ਕਰਵਟ ਜਨਤ ਨਸੀਬ ਕਰੇ। ਔਰ ਬਾਕੀ ਦੀਗਰ ਵੀ ਪੰਜਾਬੀ ਸ਼ੋਬੇ ਦੇ ਵੀ ਅਸਾਤਜ਼ਾ, ਉਰਦੂ ਦੇ ਅਸਾਤਜ਼ਾ, ਕਿਉਂਕਿ ਓਰੀਐਂਟਲ ਕਾਲਜ ਦੇ ਵਿੱਚ ਜਿੰਨੇ ਵੀ ਉਰਦੂ ਦੇ, ਫਾਰਸੀ ਦੇ, ਪੰਜਾਬੀ ਦੇ ਅਸਾਤਜ਼ਾ ਹੁੰਦੇ ਸਨ, ਸਭ ਦੇ ਨਾਲ ਜਿਹੜਾ ਸੀ ਨਾ ਉਹ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਜੋ ਜਿੱਥੋਂ ਮਿਲਦਾ ਸੀ ਉਹ ਉੱਥੋਂ ਜਿਹੜਾ ਸੀ ਉਹ ਲੈ ਲਈਦਾ ਸੀ, ਜੋ ਕੁਝ ਵੀ ਸਿੱਖਣ ਨੂੰ ਮਿਲਦਾ ਸੀ। ਸੋ ਸਜਾਦ ਬਾਕਰ ਰਿਜ਼ਵੀ ਸਾਹਿਬ, ਸੁਹੇਲ ਅਹਿਮਦ ਖਾਨ ਸਾਹਿਬ, ਡਾਕਟਰ असलम राणा साहब, फिर अपना शहबाज मलिक साहब और खालिद हमायूं साहब, डॉक्टर इसमतुल्लाह जाहिद साहब, मतलब एक और फिर उस तो बाद डॉक्टर ख्वाजा ज़करिया साहब और अपना मरगूब हुसैन ताहिर साहब, मतलब जेड़े साढ़े तो ज़रा मतलब बड़ी दरमियान वाली खेप, और नूरी साहब, ये सारे एक और लोग जड़े ने ये उत्थे मौजूद सन, ते सब तो कुछ ना कुछ जिहड़ा वा ओह इंसान सिखदा है। लेकिन जिहड़ी बहुत ज़्यादा जिहड़ा तुसीं समझदे हो कि जिंदगी दा जिहड़ा तरीका है ना, वो सिक्ख्या दो असातिज़ा कोलों, ਉਹ ਹਫੀਜ਼ ਤਾਇਬ ਸਾਹਿਬ ਕੋਲੋਂ ਔਰ ਸੈਯਦ ਤਾਰਿਕ ਹੁਸੈਨ ਜ਼ੈਦੀ ਕੋਲੋਂ, ਔਰ ਦੋਨਾਂ ਨੇ ਜ਼ਿੰਦਗੀ ਨੂੰ ਜੀਣਾ ਸਿਖਾਇਆ। ਸੋ ਮਤਲਬ ਮੇਰੀ ਜ਼ਿੰਦਗੀ ਨੂੰ ਬਣਾਉਣ ਦੇ ਵਿੱਚ ਮਰਦਾਂ ਦਾ ਬਹੁਤ ਹੱਥ ਹੈ, ਮੇਰੇ ਬਾਪ ਦਾ, ਭਾਈਆਂ ਦਾ, ਅਸਾਤਜ਼ਾ ਦਾ ਬਹੁਤ ਹੱਥ ਹੈ। ਖੂਬਸੂਰਤ। ਉਹੀ ਨਾ, ਉਹ ਉਸਤਾਦ ਜਿਹੜੇ ਸਨ ਉਹ ਵਾਕਈ ਇਨਸਾਨ ਨੂੰ
ਜਿਹੜਾ ਨਾ ਉਹ ਬੰਦਾ ਬਣਾ ਦਿੰਦੇ ਸਨ, ਜਿਹੜਾ ਕਿਉਂਕਿ ਉਹਨਾਂ ਦੀ ਤਰਬੀਅਤ, ਉਹਨਾਂ ਦਾ ਜਿਹੜਾ ਕੰਮ ਹੈ ਉਹ ਬਹੁਤ ਉੱਚਾ ਹੈ, ਉਹਨਾਂ ਦਾ ਨਾਮ ਜਿਹੜਾ ਨਾ ਉਹ ਬਹੁਤ ਉੱਚਾ ਹੈ, ਹਫੀਜ਼ ਤਾਇਬ ਸਾਹਿਬ ਤੇ ਮਾਸ਼ਾਅੱਲਾ। ਅੱਛਾ, ਕੁਝ ਦਿਨ ਬਾਅਦ ਜਿਹੜਾ ਹੈ ਉਹ ਚੂँਕਿ ਸਾਡਾ ਪ੍ਰੋਗਰਾਮ ਹੁੰਦਾ ਹੈ ਖਾਸ ਦਿਨ ਨੂੰ, ਤੇ ਖਵਾਤੀਨ ਦਾ ਆਲਮੀ ਦਿਨ ਆ ਰਿਹਾ ਹੈ, ਤੁਸੀਂ ਉਸ ਹਵਾਲੇ ਨਾਲ ਕੀ ਕਹਿਣਾ ਚਾਹੋਗੇ, ਕਿਉਂਕਿ ਤੁਸੀਂ ਵੀ ਇੱਕ ਖਾਤੂਨ ਹੋ, ਇਸ ਹਵਾਲੇ ਨਾਲ ਕੀ ਕਹਿਣਾ ਚਾਹੋਗੇ? ਅੱਜ ਦੀ ਖਾਤੂਨ ਨੂੰ ਕੀ ਕਹਿਣਾ ਚਾਹਾਂਗੀ ਜਾਂ ਉਸ ਦਿਨ ਦੀ ਮੁਨਾਸਬਤ ਦੇ ਨਾਲ ਕੀ ਕਹਿਣਾ ਚਾਹਾਂਗੀ? ਜਿਸ ਤਰ੍ਹਾਂ ਤੁਸੀਂ ਮੁਨਾਸਬ ਦੇਖੋ, ਮੈਂ ਸਮਝਨੀ ਆ ਕਿ ਅੱਜ ਦੀ ਜਿਹੜੀ ਖਾਤੂਨ ਹੈ ਨਾ, ਉਹਨੂੰ ਆਪਣੇ ਜ਼ਿੰਮੇਦਾਰੀ ਨੂੰ ਸਮਝਣਾ ਚਾਹੀਦਾ ਹੈ ਔਰ ਉਹਨੂੰ ਆਪਣੀ ਤਾਕਤ ਨੂੰ ਵੀ ਪਛਾਣਨਾ ਚਾਹੀਦਾ ਹੈ। ਉਹ ਆਪਣੀ ਤਾਕਤ ਵੀ ਛੱਡ ਗਈ, ਆਪਣੀ ਜ਼ਿੰਮੇਦਾਰੀ ਵੀ ਛੱਡ ਗਈ, ਔਰ ਉਹ ਜਦੋਂ ਨੇ ਆਪਣੀ ਤਾਕਤ ਛੱਡੀ ਤੇ ਉਹ ਕਿਸੇ ਹੋਰ ਦੀ ਜ਼ਿੰਮੇਦਾਰੀ ਬਣਨ ਨੂੰ ਉਹਨੇ ਜ਼ਿਆਦਾ ਸ਼ਾਇਦ ਕਬੂਲ ਕਰ ਲਿੱਤਾ। ਅਗਰ ਉਹ ਆਪਣੀ ਤਾਕਤ ਨੂੰ ਜਾਣ ਲਏ ਔਰ ਇਹ ਸਮਝ ਲਏ ਕਿ ਉਹਦਾ ਕੀ ਮਕਾਮ ਹੈ, ਉਹ ਇੱਕ ਘਰ ਦੇ ਵਿੱਚ ਕਿਸ ਹੈਸੀਅਤ ਦੇ ਨਾਲ ਹੈ ਔਰ ਆਪਣੀ ਉਸ ਹੈਸੀਅਤ ਦੇ ਨਾਲ ਪੂਰੇ ਕੱਦ-ਬੁੱਧ ਦੇ ਨਾਲ ਖੜੀ ਹੋਵੇ, ਤਾਂ ਉਸ ਪੂਰੇ ਘਰ ਨੂੰ ਜਿਹੜਾ ਨਿਖਾਰ ਦਿੰਦੀ। ਕਿਸੇ ਨੇ ਬੜੀ ਖੂਬਸੂਰਤ ਗੱਲ ਕੀਤੀ ਸੀ ਕਿ ਇੱਕ ਅੱਛੀ ਸੁਲਝੀ ਹੋਈ ਔਰ ਸੁਘੜ ਜ਼ਨਾਨੀ ਕਿਸੇ ਵੀਰਾਨੇ 'ਚ ਵੀ ਖੜੀ ਹੋ ਜਾਏ ਨਾ ਤੇ ਉਹਨੂੰ ਵੀ ਜੰਨਤ ਕਰ ਦਿੰਦੀ। ਸੋ ਮੇਰਾ ਖਿਆਲ ਹੈ ਕਿ ਜ਼ਨਾਨੀਆਂ ਨੂੰ ਸਿਰਫ ਇਹ ਵੇਖ ਕਿ ਉਹ ਚੰਦ ਝੰਡੇ ਚੁੱਕੇ ਤੇ ਉਹ ਮਰਦਾਂ ਦੇ ਖਿਲਾਫ ਮਤਲਬ ਹੈ ਕਿ ਉਹ ਖੜੇ ਹੋਣ ਦਾ ਨਾਂ ਜਿਹੜਾ ਮੈਂ ਉਹਨੂੰ ਨਹੀਂ ਸਮਝਦੀ ਕਿ ਉਹ ਹੈ। ਹਾਂ, ਜਿਹੜੇ ਜ਼ੁਲਮ ਹੋਏ ਨੇ ਤਾਰੀਖ ਗਵਾਹ ਹੈ, ਬੇਤਹਾਸ਼ਾ ਜ਼ੁਲਮ ਹੋਏ ਨੇ ਔਰਤ ਦੇ ਉੱਤੇ, ਇਹਦੇ 'ਚ ਕੋਈ ਸ਼ੱਕ ਨਹੀਂ, ਉਹ ਗੱਲ ਠੀਕ ਹੈ। ਪਰ ਆਪਣੇ ਇਸ ਸਮਾਜ ਦੇ ਹਵਾਲੇ ਦੇ ਨਾਲ ਮੈਂ ਸਮਝਨੀ ਆ ਕਿ ਖਾਤੂਨ ਸਾਡੇ ਸਬ ਕੰਟੀਨੈਂਟ ਦੇ ਵਿੱਚ ਹਾਲ ਉਹ ਨਹੀਂ ਸੀ। ਸਾਡੇ ਹਾਂ ਔਰਤ ਦਾ, ਮਾਂ ਦਾ, ਦਾਦੀ ਦਾ, ਨਾਨੀ ਦਾ ਇੱਕ ਬੜਾ ਅਹਿਮ ਰੋਲ ਕਿਰਦਾਰ ਰਿਹਾ ਹੈ ਸ਼ਖਸੀਅਤ ਸਾਜ਼ੀ ਦੇ ਵਿੱਚ। ਸਾਡੇ ਹਾਂ ਮਗਰਿਬ ਨੇ ਔਰਤ ਦੇ ਉੱਤੇ ਬਹੁਤ ਜ਼ੁਲਮ ਕੀਤੇ ਨੇ, ਜਿੰਨਾ ਮਗਰਿਬ ਤੇ ਇਹ 20ਵੀਂ ਸਦੀ ਦੇ ਵਿੱਚ ਆ ਕੇ ਔਰਤ ਨੂੰ ਜਿਹੜਾ ਵਾ ਤਾਲੀਮ ਦਾ ਔਰ ਵੋਟ ਦਾ ਹੱਕ ਦੇ ਰਹੇ, ਠੀਕ ਹੈ। ਈਵਨ ਉਹ ਉਹਨਾਂ ਦੇ ਆਲਾ ਤਾਲੀਮ ਦਾ ਰਿਵਾਜ ਨਹੀਂ ਸੀ, ਉਹ 20ਵੀਂ ਸਦੀ ਦੇ ਵਿੱਚ ਆ ਕੇ ਕੋਈ 1970-80 ਦੇ ਲਾਗੇ ਤਾਗੇ ਉਹਨਾਂ ਨੇ ਆ ਕੇ ਦਿੱਤਾ। ਔਰ ਉਹਨਾਂ ਵਾਸਤੇ ਵੀ ਲਾਜ਼ਮ ਨਹੀਂ ਸੀ ਕਿ ਉਹ ਜਿਹੜਾ ਇਲਮੇ ਇਲਾਹੀਆਤ ਹੈ ਨਾ ਉਹ ਪੜ੍ਹਨ। ਸਾਡੇ ਹਾਂ ਤੇ ਮਾਵਾਂ ਦਰਵੇਸ਼ ਸਨ, ਮਾਵਾਂ ਨੇ ਦਰਵੇਸ਼ ਪੈਦਾ ਕੀਤੇ ਨੇ। ਉਹ ਮਾਵਾਂ ਸਨ ਨਾ, ਬਾਬਾ ਫਰੀਦ ਦੀ ਮਾਂ ਨੇ ਹੀ ਬਾਬਾ ਫਰੀਦ ਦੀ ਪਰਵਰਿਸ਼ ਕੀਤੀ ਸੀ ਨਾ, ਹਜ਼ਰਤ ਸੁਲਤਾਨ ਬਾਹੂ ਦੀ, ਹਜ਼ਰਤ ਮਤਲਬ ਸ਼ਾਹ ਹੁਸੈਨ ਦੀ, ਇਹ ਸਾਰੇ ਜਿਹੜੇ ਬਜ਼ੁਰਗਾਂ ਦੀਆਂ ਮਾਵਾਂ ਨੇ ਨਾ ਜਿਨ੍ਹਾਂ ਨੇ ਇਹਨਾਂ ਦੀ ਤਰਬੀਅਤ ਕੀਤੀ। ਸੋ ਸਾਡੇ ਹਾਂ ਔਰਤ ਦਾ ਇੰਨਾ ਡਿਕਲਾਈਨ ਨਹੀਂ ਸੀ। ਇਹ ਸ਼ਾਇਦ ਹੁਣ ਕੁਝ ਜ਼ਿਆਦਾ ਮਤਲਬ ਅਜੀਬ ਤਰ੍ਹਾਂ ਦਾ ਇੱਕ ਸੂਰਤ ਜਿਹੜੀ ਹੈ ਉਹ ਬਣਦੀ ਜਾ ਰਹੀ ਹੈ। ਮੈਂ ਨਹੀਂ ਸਮਝਦੀ ਕਿ ਸਾਡੇ ਹਾਂ ਔਰਤ ਕਦੀ ਜਿਹੜੀ ਉਹ ਇੰਨੀ ਪੀਸੀ ਹੋਈ ਔਰ ਉਹ ਇਸ ਤਰ੍ਹਾਂ ਸੀ। ਸਾਡੇ ਹਾਂ ਮਤਲਬ ਮੈਂ ਆਪਣੀ ਈਵਨ ਫੈਮਿਲੀ ਦੇਖਿਆ ਕਿ ਕੋਈ ਖਾਤੂਨ ਕਮਜ਼ੋਰ ਨਹੀਂ ਹੈ, ਉਹਨੂੰ ਪੂਰਾ ਹੱਕ ਹੈ, ਉਹਨੂੰ ਉਹਦੇ ਪੂਰੇ ਵਜੂਦ ਦੇ ਨਾਲ ਤਸਲੀਮ ਕੀਤਾ ਜਾਂਦਾ ਹੈ, ਉਹਨੂੰ ਪੂਰਾ ਹੱਕ ਦਿੱਤਾ ਜਾਂਦਾ ਹੈ ਕਿ ਉਹ ਆਪਣੀ ਮਰਜ਼ੀ ਦੇ ਨਾਲ ਫੈਸਲਾ ਕਰੇ। ਈਵਨ ਉਹ ਔਰਤ ਦਾ ਕੰਮ ਹੈ ਕਿ ਉਹ ਮਰਦ ਦੀ ਤਰਬੀਅਤ ਕਰੇ, ਔਰ ਔਰਤ ਜਿਸ ਤਰ੍ਹਾਂ ਦੇ ਮਰਦ ਆਪਣੇ ਘਰੋਂ ਬਾਹਰ ਕੱਢੇਗੀ ਉਹਨੂੰ ਉਸ ਤਰ੍ਹਾਂ ਦੇ ਸਾਹਮਣਾ ਕਰਨਾ ਪਏਗਾ। ਸੋ ਇਹ ਔਰਤ ਨੇ ਫੈਸਲਾ ਕਰਨਾ ਹੈ ਕਿ ਉਹਨੇ ਕਿਸ ਤਰ੍ਹਾਂ ਦੇ ਮਰਦ ਜਿਹੜੇ ਨੇ ਬਾਹਰ ਭੇਜਣੇ ਨੇ ਸੋਸਾਇਟੀ 'ਚ। ਯਾਨੀ ਕਿ ਉਹ ਜਿਸ ਤਰ੍ਹਾਂ ਉਹ ਕਹਿੰਦੇ ਹੁੰਦੇ, ਇੱਕ ਕਾਮਯਾਬ ਮਰਦ ਦੇ ਪਿੱਛੇ ਜਿਹੜਾ ਔਰਤ ਦਾ ਹੱਥ ਹੁੰਦਾ ਹੈ ਔਰ ਇੱਕ ਨਾਕਾਮ ਮਰਦ ਦੇ ਪਿੱਛੇ ਇੱਕ ਹੱਥ ਹੁੰਦਾ ਹੈ। ਹਾਂ, ਬਿਲਕੁਲ। ਅੱਛਾ ਡਾਕਟਰ ਸਾਹਿਬ, ਅਖੀਰ ਤੇ ਇੱਕ ਸਵਾਲ ਹੈ, ਕਿਉਂਕਿ ਤੁਸੀਂ ਉਸਤਾਦ ਹੋ, ਬਤੌਰ ਉਸਤਾਦ ਅੱਜ ਦੀ ਨੌਜਵਾਨ ਨਸਲ ਜਿਹੜੀ ਉਹਨੂੰ ਕੀ ਪੈਗਾਮ ਦੇਣਾ ਚਾਹੋਗੇ? ਇੱਕੋ ਗੱਲ ਕਿ ਬਾਅਦਬ ਬਾਮੁਰਾਦ ਹੁੰਦਾ ਹੈ। ਬਾਅਦਬ ਬਾਮੁਰਾਦ ਹੁੰਦਾ ਹੈ। ਇਹ ਸੇਲਰ ਔਰ ਪਰਚੇਜ਼ਰ ਨਹੀਂ ਹੁੰਦਾ। ਇਹ ਜਿਹੜੀ ਇੱਕ ਟਰਮ ਆ ਗਈ ਹੈ ਨਾ ਹੁਣ, ਉਹਦੇ ਵਿੱਚ ਅਸੀਂ ਸ਼ਾਇਦ ਹਰ ਚੀਜ਼ ਨੂੰ ਬਹੁਤ ਮਸ਼ੀਨੀ ਕਰੀ ਜਾਂਦੇ ਹਾਂ ਔਰ ਮਸ਼ੀਨਾਂ ਦੇ ਜਜ਼ਬਾਤ ਨਹੀਂ ਹੁੰਦੇ, ਤੇ ਜਜ਼ਬਾਤ ਤੋਂ ਬਗੈਰ ਜ਼ਿੰਦਗੀ ਨਹੀਂ ਹੁੰਦੀ। ਸੋ ਜ਼ਰੂਰੀ ਹੈ ਕਿ ਉਸਤਾਦ ਦਾ ਅਦਬ, ਉਸਤਾਦ ਦਾ ਇਹਤਰਾਮ, ਔਰ ਬਸ ਇਹਨੂੰ ਹੀ ਸਿਰਫ ਅਗਰ ਪਛਾਣ ਲਿੱਤਾ ਜਾਏ ਤੇ ਸ਼ਾਇਦ ਸਾਡੀ ਸਮਾਜ ਵਿੱਚ ਇੱਕ ਬੜੀ ਤਬਦੀਲੀ ਆ ਜਾਏਗੀ। ਔਰ ਉਸਤਾਦਾਂ ਦੇ ਉੱਤੇ ਵੀ ਲਾਜ਼ਮ ਹੈ, ਉਸਤਾਦ ਦੇ ਉੱਪਰ ਵੀ ਲਾਜ਼ਮ ਹੈ ਕਿ ਉਹ ਸ਼ਾਗਿਰਦ ਨੂੰ ਉਸੇ ਤਰ੍ਹਾਂ ਸਮਝੇ ਜਿਸ ਤਰ੍ਹਾਂ ਉਹਦੀ ਆਪਣੀ ਔਲਾਦ ਹੈ। ਕਿਉਂਕਿ ਸਾਡੇ ਅਸਾਤਜ਼ਾ
ਉਸੇ ਤਰ੍ਹਾਂ ਹੀ ਮਤਲਬ ਖੁਸ਼ ਹੁੰਦੇ ਸਨ ਸਾਡੀ ਕਿਸੇ ਕਾਮਯਾਬੀ ਦੇ ਉੱਤੇ, ਜਿਵੇਂ ਆਪਣੀ ਔਲਾਦ ਦੀ ਖੁਸ਼ੀ 'ਚ ਖੁਸ਼ ਹੁੰਦੇ ਸਨ। ਸੋ ਉਹ ਜਿਹੜੀ ਇੱਕ ਰੂਹਾਨੀਅਤ ਸਾਡੀ ਉਸਤਾਦ ਦੇ ਮਤਲਬ ਮਨਸਬ ਦੇ ਨਾਲ ਹੈ, ਉਸਤਾਦ ਦੇ ਮਰਤਬੇ ਦੇ ਨਾਲ ਹੈ, ਉਹਨੂੰ ਨਹੀਂ ਛੱਡਣਾ ਚਾਹੀਦਾ। ਇਹੀ ਪੈਗਾਮ। ਬਹੁਤ ਸ਼ੁਕਰੀਆ ਡਾਕਟਰ ਸਾਹਿਬਾ, ਅਖੀਰ ਤੇ ਇੱਕ ਵਾਰ ਫੇਰ ਕਿ ਤੁਸੀਂ ਸਾਡੇ ਪ੍ਰੋਗਰਾਮ ਤੇ ਤਸ਼ਰੀਫ ਲਿਆਏ। ਲੋ ਦੋਸਤੋ, ਅਸੀਂ ਆਸ ਕਰਨੇ ਆ ਤੁਹਾਨੂੰ ਅੱਜ ਦਾ ਪ੍ਰੋਗਰਾਮ ਵੀ ਬਹੁਤ ਪਸੰਦ ਆਇਆ ਹੋਣਾ ਹੈ। ਇਹਦੇ ਨਾਲ ਹੀ ਆਪਣੇ ਹੋਸਟ ਚਾਂਦ ਸ਼ਕੀਲ ਨੂੰ ਇਜਾਜ਼ਤ ਦਿਓ। ਲੈ ਆਓ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ।